ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਬੀਕਾਮ ਭਾਗ ਤੀਸਰਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਲੋਕਧਾਰਾ ਦੀ ਭੂਮਿਕਾ, ਜਿਸ ਦੇ ਵਿੱਚ ਪੰਜਾਬੀ ਲੋਕਧਾਰਾ ਬਾਰੇ ਨਿਬੰਧ ਦਿੱਤੇ ਗਏ ਨੇ। ਇਸ ਪਾਠ ਪੁਸਤਕ ਦੇ ਸੰਪਾਦਕ ਡਾਕਟਰ ਭੁਪਿੰਦਰ ਸਿੰਘ ਖਹਿਰਾ, ਡਾਕਟਰ ਸੁਰਜੀਤ ਸਿੰਘ, ਇਹਨਾਂ ਨੇ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਵੱਖ-ਵੱਖ ਲੇਖਕਾਂ ਦੇ, ਵੱਖ-ਵੱਖ ਵਿਦਵਾਨਾਂ ਦੇ ਨਿਬੰਧਾਂ ਨੂੰ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤਾ। ਔਰ ਅੱਜ ਦੇ ਜਿਹੜੇ ਨਿਬੰਧ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਨਿਬੰਧ ਸੰਪਾਦਕ ਡਾਕਟਰ ਭੁਪਿੰਦਰ ਸਿੰਘ ਖਹਿਰਾ ਦਾ ਆਪਣਾ ਲਿਖਿਆ ਹੋਇਆ ਹੈ। ਇਸ ਨਿਬੰਧ ਦੇ ਵਿੱਚ ਲੋਕਧਾਰਾ ਦੀ ਪਰਿਭਾਸ਼ਾ, ਲੋਕਧਾਰਾ ਦੇ ਲੱਛਣ, ਇਹਨਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਧਾਰਾ ਦੀ ਪਰਿਭਾਸ਼ਾ ਦਿੱਤੀ ਗਈ ਹੈ, ਲੋਕਧਾਰਾ ਦੇ ਲੱਛਣਾਂ ਦੀ ਗੱਲ ਕੀਤੀ ਗਈ ਹੈ, ਲੋਕਧਾਰਾ ਦਾ ਨਾਮਕਰਨ ਕਿਵੇਂ ਹੋਇਆ, ਲੋਕਧਾਰਾ ਸ਼ਬਦ ਦੀ ਉਤਪਤੀ ਕਿਵੇਂ ਹੋਈ, ਇਹਨਾਂ ਸਾਰੇ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਇਸ ਨਿਬੰਧ ਦੇ ਵਿੱਚ ਲੇਖਕ ਨੇ ਕੀਤੀ ਹੈ। ਆਪਾਂ ਦੇਖਦੇ ਹਾਂ ਵਿਦਿਆਰਥੀਓ ਕਿ ਲੇਖਕ ਇਸ ਨਿਬੰਧ ਦੇ ਵਿੱਚ ਕੀ ਕਹਿੰਦਾ ਹੈ। ਫਿਰ ਆਪਾਂ ਇਸ ਨਿਬੰਧ ਦਾ ਕਨਕਲੂਜਨ ਦੇਖਾਂਗੇ ਕੀ ਹੈ, ਔਰ ਉਸ ਤੋਂ ਬਾਅਦ ਆਪਾਂ ਇਸ ਨਿਬੰਧ ਦੇ ਵਿੱਚੋਂ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੀ ਗੱਲ ਕਰਾਂਗੇ। ਛੋਟੇ ਪ੍ਰਸ਼ਨ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ, ਤੁਹਾਡੇ ਪੇਪਰ ਦੇ ਵਿੱਚ ਆਉਂਦੇ ਹੈ। ਔਰ ਨਾਲ ਹੀ ਆਪਾਂ ਭੁਪਿੰਦਰ ਸਿੰਘ ਖਹਿਰਾ ਦੇ ਜੀਵਨ ਵੇਰਵੇ ਦੀ ਵੀ ਆਪਾਂ ਗੱਲ ਕਰਾਂਗੇ। ਲੋਕਧਾਰਾ ਸ਼ਬਦ ਦੀ ਵਿਉਤਪੱਤੀ ਕਿਵੇਂ ਹੋਈ, ਸਭ ਤੋਂ ਪਹਿਲਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਲੋਕਧਾਰਾ ਸ਼ਬਦ ਅੰਗਰੇਜ਼ੀ ਪਦ ਫੋਕਲੋਰ ਦੇ ਪੰਜਾਬੀ ਪਰਿਆਏ ਵਜੋਂ ਵਰਤਿਆ ਗਿਆ ਹੈ, ਪਰ ਫੋਕਲੋਰ 1846 ਈਸਵੀ ਦੇ ਵਿੱਚ ਵਿਲੀਅਮ ਜੇ ਥਾਮਸ ਵੱਲੋਂ ਵਰਤਿਆ ਗਿਆ ਸੀ। ਇੱਕ ਪੱਛਮੀ ਵਿਦਵਾਨ ਸੀ ਔਰ ਉਸ ਨੇ ਫੋਕਲੋਰ ਸ਼ਬਦ ਵਰਤਿਆ ਸੀ ਲੋਕਧਾਰਾ ਦੇ ਲਈ। ਕਈ ਵਾਰੀ ਜਿਹੜਾ ਛੋਟਾ ਪ੍ਰਸ਼ਨ ਹੋਇਆ ਹੁੰਦਾ ਹੈ ਕਿ ਵਿਉਤਪੱਤੀ ਕਿਸ ਤਰ੍ਹਾਂ ਹੋਈ ਲੋਕਧਾਰਾ ਸ਼ਬਦ ਦੀ, ਤੇ ਉਹਦੀ ਡੈਫੀਨੇਸ਼ਨ ਆਪਾਂ ਇਸੇ ਤਰ੍ਹਾਂ ਹੀ ਦੇਵਾਂਗੇ। ਉਸਨੇ ਇਹ ਪਦ ਪੁਰਾਤਨ ਸ਼ਿਸ਼ਟਾਚਾਰ, ਰੀਤਾਂ, ਰਸਮਾਂ, ਵਹਿਮਾਂ ਭਰਮਾਂ, ਵਾਰਾਂ ਅਤੇ ਮੁਹਾਵਰਿਆਂ ਲਈ ਵਰਤਦੇ ਹੋਏ ਇਹਨਾਂ ਨੂੰ ਸੰਗ੍ਰਹਿਤ ਕਰਨ ਤੇ ਸੰਭਾਲਣ ਤੇ ਜ਼ੋਰ ਦਿੱਤਾ ਸੀ। ਸਾਡਾ ਜਿਹੜਾ ਸਮਾਜ ਹੈ, ਇਹਨੇ ਜਿਹੜੀ ਤਰੱਕੀ ਕੀਤੀ ਸੀ, ਇਸ ਤਰੱਕੀ ਦੇ ਵਿੱਚ ਸਾਡੇ ਸਮਾਜ ਨੇ ਜਿਹੜੇ ਸ਼ਿਸ਼ਟਾਚਾਰ ਘੜੇ ਸੀਗੇ, ਜਿਹੜੀਆਂ ਰੀਤਾਂ ਬਣਾਈਆਂ ਸੀ, ਜਿਹੜੀਆਂ ਰਸਮਾਂ ਬਣਾਈਆਂ ਸੀ, ਉਸ ਸਮਾਜ ਦੇ ਵਿੱਚ ਜਿਹੜੇ ਵਹਿਮ ਭਰਮ ਪਣਪੇ ਸੀਗੇ, ਉਪਜੇ ਸੀਗੇ, ਬਹੁਤ ਸਾਰੀਆਂ ਵਾਰਾਂ ਚੱਲੀਆਂ ਸੀ, ਮੁਹਾਵਰੇ, ਅਖਾਣ ਪੈਦਾ ਹੋਏ ਸੀ, ਇਹਨਾਂ ਨੂੰ ਇਕੱਠਾ ਕਰਨਾ ਅਤੇ ਸੰਭਾਲਣ ਦੇ ਉੱਪਰ ਉਹਨੇ ਜ਼ੋਰ ਦਿੱਤਾ ਸੀ ਅਤੇ ਇਸ ਸ਼ਬਦ ਦੀ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ। 1888 ਈਸਵੀ ਦੇ ਵਿੱਚ ਅਮਰੀਕਾ ਵਿੱਚ ਫੋਕਲੋਰ ਸੁਸਾਇਟੀ ਦਾ ਸੰਗਠਨ ਕੀਤਾ ਗਿਆ। ਉਹਦਾ ਇੱਕ ਨਿਉ ਰੱਖੀ ਗਈ ਫੋਕਲੋਰ ਸੁਸਾਇਟੀ ਦੀ, ਉਹਦੀ ਗਠਨ ਕੀਤਾ ਗਿਆ, ਜਿਸ ਸਦਕਾ ਇਸ ਪਦ ਨੂੰ ਹੋਰ ਸਵੀਕ੍ਰਿਤੀ ਮਿਲੀ। ਇਸ ਨੂੰ ਸਮਾਜ ਨੇ ਵੀ ਸਵੀਕਾਰ ਕੀਤਾ ਔਰ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਵੀ ਇਸ ਚੀਜ਼ ਨੂੰ ਸਵੀਕਾਰ ਕੀਤਾ। ਇਹ ਸਵੀਕ੍ਰਿਤੀ ਮਿਲ ਗਈ ਸੀ। ਪੰਜਾਬੀ ਵਿੱਚ ਲੋਕਧਾਰਾ ਸ਼ਬਦ ਨੂੰ ਪ੍ਰਚਲਿਤ ਕਰਨ ਲਈ ਡਾਕਟਰ ਕਰਨੈਲ ਸਿੰਘ ਥਿੰਦ ਦੀ ਵਿਸ਼ੇਸ਼ ਭੂਮਿਕਾ ਹੈ। ਡਾਕਟਰ ਕਰਨੈਲ ਸਿੰਘ ਥਿੰਦ ਨੇ ਸਾਡੇ ਲੋਕਧਾਰਾ ਦੇ ਉੱਪਰ ਬਹੁਤ ਕੰਮ ਕੀਤਾ। ਉਹਨਾਂ ਨੇ ਸਾਡੀ ਜਿਹੜਾ ਲੋਕ ਸਾਹਿਤ ਆ ਉਹਨੂੰ ਸਾਂਭਣ ਦੇ ਉੱਪਰ ਬੜਾ ਕੰਮ ਕੀਤਾ ਹੈਗਾ। ਇਸ ਕਰਕੇ ਉਹਨਾਂ ਦੀ ਜਿਹੜੀ ਭੂਮਿਕਾ ਉਹਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਡਾਕਟਰ ਥਿੰਦ ਨੇ 1973 ਈਸਵੀ ਦੇ ਵਿੱਚ ਲੋਕਜਾਨ ਸ਼ਬਦ ਦੀ ਸਾਰਥਕਤਾ ਪ੍ਰਗਟਾਉਣ ਲਈ S.K. ਚੈਟਰਜੀ ਦੀ ਦਲੀਲ ਦਾ ਸਹਾਰਾ ਲਿਆ ਸੀ। ਅੰਗਰੇਜ਼ੀ ਪਦ ਫੋਕਲੋਰ ਦਾ ਸਮਾਨਾਂਤਰ ਪਦ ਲੋਕਜਾਨ ਇਹਨਾਂ ਗੱਲਾਂ ਤੋਂ ਉਤੇਜਿਤ ਹੋ ਕੇ ਬਣਾਇਆ ਗਿਆ ਕਿ ਯਾਨ ਦਾ ਪ੍ਰਚਲਿਤ ਅਰਥ ਜਾਣਾ ਜਾਂ ਜਾਣ ਦੀ ਸਵਾਰੀ ਅਥਵਾ ਵਾਹਨ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵਹੀਕਲ ਵਗੈਰਾ ਜਾਂ ਕੋਈ ਚੀਜ਼ ਜਿਹਦੇ ਤੇ ਚੜ੍ਹ ਕੇ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਹਾਂ, ਉਹਦੇ ਤੇ ਲੈਤਾ ਸੀ ਇਹਨਾਂ ਨੇ। ਬੁੱਧ ਧਰਮ ਦੀਆਂ ਸੰਪਰਦਾਵਾਂ, ਮਰਿਆਦਾਵਾਂ, ਬੁੱਧ ਧਰਮ ਦੀਆਂ ਸੰਪਰਦਾਵਾਂ ਮਹਾਜਾਨ, ਹੀਨਾਜਾਨ ਅਤੇ ਸਰਵਕਜਾਨ ਉਸ ਵਾਹਨ ਦੀਆਂ ਸੂਚਕ ਹਨ ਜਿਸ ਦੁਆਰਾ ਉਹ ਧਰਮ ਦੇ ਜਿਗਿਆਸੂ ਆਪਣੇ ਲਕਸ਼ ਤੱਕ ਪਹੁੰਚਦੇ ਸਨ। ਇਸੇ ਤਰ੍ਹਾਂ ਲੋਕਜਾਨ ਤੋਂ ਭਾਵ ਉਹ ਵਾਹਨ ਹੈ ਜਿਸ ਉੱਪਰ ਚੜ੍ਹ ਕੇ ਲੋਕ ਆਪਣੀ ਮਾਨਸਿਕ ਅਤੇ ਸੰਸਕ੍ਰਿਤਿਕ ਯਾਤਰਾ ਤੈਅ ਕਰਦੇ ਹਨ। ਇਸ ਤਰ੍ਹਾਂ ਇਹ ਪਦ ਹਿੰਦੀ ਵਿੱਚ ਲੋਕਜਾਨ ਪ੍ਰਚਲਿਤ ਹੋਇਆ। ਹਿੰਦੀ ਦੀ ਨਕਲ ਕਰਨ ਦੀ ਸਧਾਰਨ ਰੁਚੀ ਅਧੀਨ ਇਹ ਪਦ ਪੰਜਾਬੀ ਵਰਤੋਂ ਲਈ ਵੀ ਚੁਣ ਲਿਆ ਗਿਆ। ਫੋਕਲੋਰ ਲਈ ਪੰਜਾਬੀ ਵਿੱਚ ਇੱਕ ਹੋਰ ਸ਼ਬਦ ਲੋਕਧਾਰਾ ਵਣਜਾਰਾ ਬੇਦੀ ਨੇ ਵਰਤਿਆ।
ਹੁਣ ਦੋ ਵਿਦਵਾਨਾਂ ਦੇ ਨਾਂ ਲੈਤੇ ਹੈ ਨਿਬੰਧਕਾਰ ਭੁਪਿੰਦਰ ਸਿੰਘ ਖਹਿਰਾ ਨੇ। ਪਹਿਲੇ ਵਿਦਵਾਨ ਸੀਗੇ ਸਾਡੇ ਕਰਨੈਲ ਸਿੰਘ ਥਿੰਦ, ਉਹਨਾਂ ਨੇ ਲੋਕ ਜਨ ਵਰਤਿਆ ਫੋਕਲੋਰ ਲਈ, ਤੇ ਦੂਸਰੇ ਵਿਦਵਾਨ ਸੀਗੇ ਸਾਡੇ ਬਣਜਾਰਾ ਬੇਦੀ, ਉਹਨਾਂ ਨੇ ਫੋਕਲੋਰ ਦੇ ਲਈ ਲੋਕਧਾਰਾ ਸ਼ਬਦ ਦੀ ਵਰਤੋਂ ਕੀਤੀ। ਇਸ ਪਦ ਦੀ ਬਣਤਰ ਤੇ ਸੁਭਾਅ ਪੰਜਾਬੀ ਉਚਾਰਨ ਦੇ ਅਨੁਕੂਲ ਹੈ। ਇਸ ਪਦ ਦੀ ਵੀ ਬਰਾਬਰ ਦੀ ਮਾਨਤਾ ਹੈ। ਹੁਣ ਭੁਪਿੰਦਰ ਸਿੰਘ ਖਹਿਰਾ ਇਹਨਾਂ ਦਾ ਜਿਹੜੀ ਹੈਗੀ ਹੈ ਇਸ ਸ਼ਬਦ ਦੀ ਤਾਇਦ ਕਰਦਾ ਹੈ, ਇਸ ਸ਼ਬਦ ਨੂੰ ਸਵੀਕਾਰ ਕਰਦਾ ਹੈ ਕਿ ਲੋਕਧਾਰਾ ਸ਼ਬਦ ਹੀ ਅਸਲ ਦੇ ਵਿੱਚ ਫੋਕਲੋਰ ਦਾ ਪੰਜਾਬੀ ਦੇ ਵਿੱਚ ਤਰਜਮਾ ਹੈਗਾ। ਪਦ ਲੋਕਜਾਨ ਨੂੰ ਫੋਕਲੋਰ ਦਾ ਪਰਿਆਏ ਨਿਸ਼ਚਿਤ ਕਰਦੇ ਸਮੇਂ ਡਾਕਟਰ ਬਣਜਾਰਾ ਬੇਦੀ 1978 ਦਾ ਕਥਨ ਹੈ ਕਿ 1950 ਵਿੱਚ ਜਦੋਂ ਮੈਂ ਫੋਕਲੋਰ ਨੂੰ ਆਪਣੇ ਅਧਿਐਨ ਦਾ ਵਿਸ਼ਾ ਚੁਣਿਆ ਤਾਂ ਅਨੇਕਾਂ ਸਮੱਸਿਆਵਾਂ ਦੇ ਨਾਲ ਨਾਲ ਇੱਕ ਸਮੱਸਿਆ ਫੋਕਲੋਰ ਦੇ ਪੰਜਾਬੀ ਪਰਿਆਏ ਦੀ ਉਤਪੰਨ ਹੋਈ ਵੀ ਮੈਂ ਇਹਦਾ ਅਸਲ ਦੇ ਵਿੱਚ ਟ੍ਰਾਂਸਲੇਸ਼ਨ ਦੇ ਲਈ ਕਿਹੜਾ ਸ਼ਬਦ ਵਰਤਾਂ ਪੰਜਾਬੀ ਦੇ ਵਿੱਚ ਫੋਕਲੋਰ ਦਾ। ਫੋਕਲੋਰ ਦੇ ਸਾਰੇ ਡਿਸਿਪਲਿਨ ਨੂੰ ਵਿਚਾਰਨ ਅਤੇ ਉਸ ਦੇ ਬਹੁਤ ਵਿਧ ਰੂਪਾਂ ਦੇ ਚਰਿੱਤਰ ਨੂੰ ਸਮਝਣ ਮਗਰੋਂ ਮੈਂ ਲੋਕਜਾਨ ਸ਼ਬਦ ਸਿਰਜਿਆ। ਡਿਸਪਲਿਨ ਦੇ ਜਿਹੜੇ ਆਪਾਂ ਅਨੁਸ਼ਾਸਨ ਹੁੰਦੇ ਆ ਸਾਰੇ, ਉਹਨਾਂ ਨੂੰ ਮੈਂ ਸਮਝਣ ਦੇ ਲਈ ਕਹਿੰਦਾ ਫਿਰ ਮੈਂ ਇੱਕ ਸ਼ਬਦ ਵਰਤਿਆ ਹੈਗਾ। ਇਸ ਤਰ੍ਹਾਂ ਵਿਦਿਆਰਥੀਓ, ਜਿਹੜਾ ਲੋਕਜਾਨ ਸ਼ਬਦ ਨੂੰ ਫੋਕਲੋਰ ਦੇ ਵਿੱਚ ਤਬਦੀਲ ਕੀਤਾ ਬਣਜਾਰਾ ਬੇਦੀ ਨੇ, ਉਹਦੀ ਇਸ ਸ਼ਬਦ ਦੇ ਨੂੰ ਨਿਯਮਿਤ ਕਰਨ ਦੀ ਖਾਤਰ, ਇਸ ਸ਼ਬਦ ਨੂੰ ਅਨੁਸ਼ਾਸਿਤ ਕਰਨ ਦੀ ਖਾਤਰ ਆਪਣੀਆਂ ਉਦਾਹਰਨ ਦਿੱਤੀਆਂ ਗਈਆਂ। ਡਾਕਟਰ ਬਣਜਾਰਾ ਬੇਦੀ ਨੇ ਇਹਦੇ ਬਾਰੇ ਆਪਣਾ ਪੱਖ ਰੱਖਿਆ। ਫੋਕਲੋਰ ਦੇ ਸਾਰੇ ਡਿਸਪਲਿਨ ਹੈ ਜਿਹੜੇ, ਉਹਨਾਂ ਨੂੰ ਵਿਚਾਰਨਾ ਤੇ ਉਸਦੇ ਬਹੁਤ ਵਿਧ ਰੂਪਾਂ ਦੇ ਚਰਿੱਤਰ ਨੂੰ ਸਮਝਣ ਮਗਰੋਂ ਮੈਂ ਲੋਕਧਾਰਾ ਸ਼ਬਦ ਸਿਰਜਿਆ। ਉਹ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਜੋ ਵਰਤ ਕੇ ਉਦੋਂ ਬਾਅਦ ਦੇਖਿਆ ਕਿ ਇਹ ਇਸ ਪੰਜਾਬੀ ਦੇ ਵਿੱਚ ਲੋਕਧਾਰਾ ਸ਼ਬਦ ਹੀ ਜ਼ਿਆਦਾ ਵਧੀਆ ਰਹੂਗਾ। ਉਦੋਂ ਫੋਕਲੋਰ ਦੇ ਤਿੰਨ ਵਿਸ਼ੇਸ਼ ਤੱਤ ਮੇਰੀ ਦ੍ਰਿਸ਼ਟੀਗੋਚਰ ਹੋਏ। ਕਹਿੰਦਾ ਮੇਰੇ ਸਾਹਮਣੇ ਤਿੰਨ ਤੱਤ ਸੀਗੇ: ਲੋਕ ਸੱਭਿਆਚਾਰ, ਪਰੰਪਰਾ ਅਤੇ ਲੋਕ ਮਨ। ਫੋਕਲੋਰ ਲੋਕਾਂ ਦੀ ਸਮੱਗਰੀ ਹੈ, ਲੋਕ ਮਨ ਦੀ ਅਭਿਵਿਅਕਤੀ ਹੈ ਅਤੇ ਇਸ ਦਾ ਨਿਰਮਾਣ ਲੋਕਾਂ ਦੀ ਸਮੂਹਕ ਚੇਤਨਾ ਤੋਂ ਹੋਇਆ ਹੈ। ਇਸ ਲਈ ਲੋਕ ਸ਼ਬਦ ਨੂੰ ਨਵਾਂ ਸ਼ਬਦ ਘੜਨ ਲਈ ਜੁਝ ਬਣਾਉਣਾ ਜ਼ਰੂਰੀ ਸੀ। ਧਾਰਾ ਸ਼ਬਦ ਮੈਨੂੰ ਲੋਕਮਨ ਅਤੇ ਪਰੰਪਰਾ ਦੇ ਅਸੀਮ ਪ੍ਰਵਾਹ ਦਾ ਬਦਲ ਜਾਪਿਆ। ਹਰ ਧਾਰਾ ਪਿੱਛੇ ਇੱਕ ਇਤਿਹਾਸ ਹੁੰਦਾ ਹੈ ਅਤੇ ਪਰੰਪਰਾ ਦਾ ਪਸਾਰ। ਧਾਰਾ ਦਾ ਇਹੋ ਸੰਕਲਪ ਮੇਰੇ ਮਨ ਵਿੱਚ ਸੀ। ਉਹ ਕਹਿੰਦਾ ਮੈਂ ਲੋਕਧਾਰਾ ਸ਼ਬਦ ਕਿਉਂ ਵਰਤਿਆ ਪੰਜਾਬੀ ਦੇ ਲਈ, ਫੋਕਲੋਰ ਦਾ ਟ੍ਰਾਂਸਲੇਸ਼ਨ ਦੇ ਲਈ ਵੀ ਲੋਕਧਾਰਾ ਸ਼ਬਦ ਹੋਣਾ ਚਾਹੀਦਾ, ਉਹਦੇ ਲਈ ਆਪਣੀਆਂ ਦਲੀਲਾਂ ਦੇ ਰਿਹਾ ਬਣਜਾਰਾ ਬੇਦੀ। ਫਿਰ ਵਿਦਿਆਰਥੀਆਂ ਦਾ ਕੀ ਛਿੱਟਾ ਨਿਕਲਦਾ ਇਹਨਾਂ ਸਾਰੀਆਂ ਦਲੀਲਾਂ ਦੇ ਵਿੱਚ ਵੀ ਦੋ ਸ਼ਬਦ ਸਾਡੇ ਸਾਹਿਤ ਦੇ ਵਿੱਚ ਜਾਂ ਸਾਡੇ ਪੰਜਾਬੀ ਦੇ ਵਿੱਚ ਸੀਗੇ, ਇੱਕ ਲੋਕਜਾਨ, ਦੂਸਰਾ ਲੋਕਧਾਰਾ। ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਜ਼ਿਆਦਾ ਵਧੀਆ ਰਹੂਗਾ? ਇਹਦੇ ਬਾਰੇ ਆਪਾਂ ਇੱਕ ਰਾਇ ਤਿਆਰ ਕਰਦੇ ਹਾਂ। ਇਹ ਗੱਲ ਭੁਪਿੰਦਰ ਖਹਿਰਾ ਵੀ ਕਹਿੰਦੇ ਆ। ਇਸ ਤਰ੍ਹਾਂ ਲੋਕਜਾਨ ਸ਼ਬਦ ਫੋਕਲੋਰ ਦੇ ਸੁਭਾਅ, ਬਣਤਰ ਅਤੇ ਅੰਦਰੂਨੀ ਯੁਕਤ ਨੂੰ ਵਿਅਕਤ ਕਰਨ ਲਈ ਲੋਕਧਾਰਾ ਸ਼ਬਦ ਤੋਂ ਨਿੱਗਰ ਹੈ। ਲੋਕਜਾਨ ਸ਼ਬਦ ਨਾਲੋਂ ਕਹਿੰਦਾ ਲੋਕਧਾਰਾ ਸ਼ਬਦ ਜਿਹੜਾ ਜ਼ਿਆਦਾ ਵਧੀਆ। ਦੂਸਰਾ, ਇਹ ਸ਼ਬਦ ਪੰਜਾਬੀ ਉਚਾਰਨ ਮੁਤਾਬਕ ਵਧੇਰੇ ਸਾਰਥਕ ਹੈ। ਤੀਸਰਾ, ਇਹ ਪਦ ਪੰਜਾਬੀ ਮਨ ਅਤੇ ਪੰਜਾਬੀ ਵਿਦਵਤਾ ਦੀ ਮੌਲਿਕ ਸਿਰਜਣਾ ਹੈ। ਹੁਣ ਤਿੰਨ ਦਲੀਲਾਂ ਦੇ ਦਿੱਤੀਆਂ ਉਹਨਾਂ ਨੇ। ਚੌਥੀ ਦਲੀਲ ਕਿਹੜੀ ਹੈ? ਚੌਥੀ ਦਲੀਲ ਇਹ ਕਹਿੰਦਾ ਕਿ ਇਹ ਹਿੰਦੀ ਅਤੇ ਪੰਜਾਬੀ ਦੀ ਵਿਲੱਖਣ ਲੋਕ ਪਰੰਪਰਾ ਦੇ ਅੰਤਰ ਨਖੇੜ ਦਾ ਸੂਚਕ ਹੈ। ਇਸ ਲਈ ਦਲੀਲ ਪੱਖੋਂ ਫੋਕਲੋਰ ਦਾ ਪੰਜਾਬੀ ਪਰਾਏ ਲੋਕਧਾਰਾ ਦੀ ਨਿਸ਼ਚਿਤ ਹੋਣਾ ਚਾਹੀਦਾ। ਕਹਿੰਦਾ ਲੋਕਧਾਰਾ ਹੀ ਨਿਸ਼ਚਿਤ ਹੋਣਾ ਚਾਹੀਦਾ, ਬਾਕੀ ਜਿਹੜੇ ਸ਼ਬਦ ਹੈਗੇ ਆ ਉਹਨਾਂ ਦੇ ਬਜਾਏ ਲੋਕਧਾਰਾ ਸ਼ਬਦ ਜ਼ਿਆਦਾ ਵਧੀਆ ਹੈਗਾ। ਪਰ ਲੋਕਜਾਨ ਅਤੇ ਲੋਕਧਾਰਾ ਦੇ ਸ਼ਾਬਦਿਕ ਸੰਘਰਸ਼, ਵਿਕਾਸ ਅਤੇ ਪੰਜਾਬੀ ਭਾਸ਼ਾ ਦੇ ਆਧੁਨਿਕ ਝੁਕਾਵਾਂ ਨੂੰ ਮੁੱਖ ਰੱਖ ਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਸ਼ਬਦ ਲੋਕਧਾਰਾ ਦੇ ਵਧੇਰੇ ਪ੍ਰਚਲਿਤ ਹੋਣ ਦੀਆਂ ਨਿੱਗਰ ਸੰਭਾਵਨਾਵਾਂ ਪਈਆਂ ਨੇ। ਹੁਣ ਆਪਾਂ ਲੋਕਧਾਰਾ ਦੀ ਜਿਹੜੀ ਡੈਫੀਨੇਸ਼ਨ ਦੇਖਦੇ ਹਾਂ, ਲੇਖ ਕਿਸ ਤਰ੍ਹਾਂ ਦਿੰਦਾ ਤੇ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਲੋਕਧਾਰਾ ਦੀ ਪਰਿਭਾਸ਼ਾ ਕੀ ਹੈ? ਲੋਕਧਾਰਾ ਨੂੰ ਪਰਿਭਾਸ਼ਿਤ ਕਰਨਾ ਇੱਕ ਕਠਿਨ ਕਾਰਜ ਹੈ, ਬਹੁਤ ਹੀ ਔਖਾ ਕੰਮ ਹੈ। ਕਹਿੰਦਾ ਇਸ ਦਾ ਕਾਰਨ ਇਹ ਹੈ ਕਿ ਫੋਕਲੋਰ ਇੱਕ ਸੰਕਲਪ ਨਹੀਂ ਸਗੋਂ ਵਰਤਾਰਾ ਹੈ। ਸੰਕਲਪ ਨੂੰ ਪਰਿਭਾਸ਼ਿਤ ਕਰਨਾ ਸੌਖਾ ਹੁੰਦਾ ਹੈ, ਪਰ ਵਰਤਾਰੇ ਨੂੰ ਪਰਿਭਾਸ਼ਿਤ ਕਰਨਾ ਔਖਾ ਹੁੰਦਾ ਹੈ। ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਅਨੁਸਾਰ ਲੋਕਧਾਰਾ ਵਿੱਚ ਮਿਥਕ ਕਥਾ, ਗਾਥਾ, ਪਰੰਪਰਾਵਾਂ, ਵਿਸ਼ਵਾਸ,
ਵਹਿਮ, ਧਰਮ, ਰੀਤਾਂ, ਰਸਮੋ ਰਿਵਾਜ ਨੂੰ ਸ਼ਾਮਲ ਕੀਤਾ ਜਾਂਦਾ। ਹੁਣ ਵਿਦਿਆਰਥੀਓ ਸਾਰੇ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਸਾਡੀ ਪਰੰਪਰਾ ਦੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀਆਂ, ਉਹਨਾਂ ਸਾਰੀਆਂ ਪਰੰਪਰਾਵਾਂ ਨੂੰ ਕਹਿੰਦੇ ਲੋਕ ਧਾਰਾ ਕਹਿੰਦੇ ਆ। ਇੱਕ ਧਾਰਾ ਵੀ ਇੱਕ ਤਰ੍ਹਾਂ ਦੀ ਹੈਗੀ ਹੈ ਕਿ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਦੇ ਵਿੱਚ ਸ਼ਾਮਲ ਹੋ ਜਾਣੀ, ਅਗਲੀ ਤੋਂ ਤੀਸਰੀ ਪੀੜ੍ਹੀ, ਚੌਥੀ, ਪੰਜਵੀਂ, ਏਦਾਂ ਅੱਗੇ ਦੇ ਅੱਗੇ ਵਧੀ ਜਾਂਦੀ ਹੈ ਜੀ। ਮਾਨਵ ਵਿਗਿਆਨ ਅਤੇ ਚਿੰਨ੍ਹ ਵਿਗਿਆਨ ਦੇ ਤਰੱਕੀ ਕਰਨ ਨਾਲ ਇਹ ਸਾਰੇ ਤੱਤ ਸੁਤੰਤਰ ਪਰਿਭਾਸ਼ਾਵਾਂ ਗ੍ਰਹਿਣ ਕਰ ਚੁੱਕੇ ਆ। ਹੁਣ ਦੇਖੋ ਕਹਿੰਦੇ ਵੀ ਲੋਕ ਧਾਰਾ ਦੀ ਪਰਿਭਾਸ਼ਾ ਕਿਵੇਂ ਨਿਸ਼ਚਿਤ ਕਰੀਏ, ਉਹਦੇ 'ਚ ਇਹ ਤੱਤ ਹੈ ਵੱਖਰੇ ਵੱਖਰੇ, ਇਹਨਾਂ ਦੀਆਂ ਅੱਗੇ ਸੁਤੰਤਰ ਇਕਾਈਆਂ ਬਣ ਗਈਆਂ। ਮਿਥਕ ਕਥਾ ਦੀ ਆਪਣੀ ਪਰਿਭਾਸ਼ਾ ਹੈ, ਗਾਥਾ, ਪਰੰਪਰਾ ਤੇ ਵਿਸ਼ਵਾਸ ਦੀ ਆਪਣੀ ਵੱਖਰੀ ਪਰਿਭਾਸ਼ਾ ਹੈ। ਇਸੇ ਤਰ੍ਹਾਂ ਰਸਮ ਰਿਵਾਜ ਵੱਖਰੇ ਪਰਿਭਾਸ਼ਿਤ ਕੀਤੇ ਗਏ ਹਨ ਅਤੇ ਤਿੱਥ ਤਿਉਹਾਰ ਵੱਖਰੇ। ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਪਰਿਭਾਸ਼ਾਵਾਂ ਦੀ ਇੱਕ ਸਾਂਝੀ ਪਰਿਭਾਸ਼ਾ ਲੱਛਣ ਅਸੰਭਵ ਤਾਂ ਨਹੀਂ, ਪਰ ਮੁਸ਼ਕਲ ਜ਼ਰੂਰ ਹੈ। ਕਹਿੰਦੇ ਵੀ ਇੱਕੋ ਪਰਿਭਾਸ਼ਾ ਇਹਨਾਂ ਨੂੰ ਨਿਸ਼ਚਿਤ ਕਰਨਾ ਬਹੁਤ ਮੁਸ਼ਕਲ ਜੀ ਗੱਲ ਹੈ। ਦੇਖਦੇ ਹਾਂ ਆਪਾਂ ਕਿਵੇਂ ਲੇਖਕ ਦੀ ਪਰਿਭਾਸ਼ਾ ਨੂੰ ਨਿਸ਼ਚਿਤ ਕਰਦੇ ਆ। ਇਹ ਪਰਿਭਾਸ਼ਾ ਸਮੁੱਚੇ ਵਰਤਾਰੇ ਦੀ ਧਾਰਨਾ ਅਨੁਸਾਰ ਦਿੱਤੀ ਜਾ ਸਕਦੀ ਹੈ। ਲੋਕ ਧਾਰਾ ਦੀਆਂ ਅਨੇਕ ਪਰਿਭਾਸ਼ਾਵਾਂ ਕੀਤੀਆਂ ਗਈਆਂ ਹਨ ਅਤੇ ਕੀਤੀਆਂ ਜਾ ਰਹੀਆਂ ਨੇ। ਫਿਰ ਵੀ ਲੋਕ ਧਾਰਾ ਦੇ ਵਿਭਿੰਨ ਵਿਭਾਵਾਂ, ਸੁਭਾਵਾਂ, ਲੱਛਣਾਂ ਨੂੰ ਸਨਮੁਖ ਰੱਖ ਕੇ ਇਸ ਨੂੰ ਸਰਨਾਚਾਤਮਿਕ ਇੱਕ ਜਿਹੜੀ ਸੰਚਾਰਾਤਮਕ ਹੁੰਦੀ ਹੈਗੀ ਸੰਚਾਰਾਤਮਕ ਦ੍ਰਿਸ਼ਟੀਕੋਣ ਵੀ ਸਾਹਮਣੇ ਜਿਹੜਾ ਇੱਕ ਚੀਜ਼ ਪਈ ਹੈ ਤੁਹਾਡੇ, ਉਹਨੂੰ ਡੈਫੀਨੇਸ਼ਨ ਉਹਦੀ ਕਿਵੇਂ ਦੇਣੀ ਹੈ, ਉਹਦੀ ਭਾਸ਼ਾ ਕਿਵੇਂ ਦੇਣੀ ਹੈ, ਉਹਨੂੰ ਕਿਵੇਂ ਅੱਗੇ ਦੱਸਣਾ ਹੈਗਾ ਵੀ ਇਹਦੀ ਅਰਥ ਆ ਹੁੰਦਾ। ਕਹਿੰਦਾ ਸਾਰੇ ਲੱਛਣਾਂ ਨੂੰ ਧਿਆਨ ਦੇ ਵਿੱਚ ਰੱਖ ਕੇ, ਸਨਮੁਖ ਰੱਖ ਕੇ ਇਸ ਨੂੰ ਸੰਚਾਰਾਤਮਕ ਦ੍ਰਿਸ਼ਟੀਕੋਣ ਤੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਲੇਖਕ ਇਹ ਗੱਲ ਕਹਿੰਦਾ, ਭੁਪਿੰਦਰ ਸਿੰਘ ਖਹਿਰਾ ਇਹ ਗੱਲ ਕਹਿੰਦੇ। ਕੀ ਹੈ ਉਹ ਡੈਫੀਨੇਸ਼ਨ? ਸਮੇਂ, ਸਥਾਨ ਅਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਸਮੇਂ ਤੇ ਸਥਾਨ, ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਸਥਾਨ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਪਰਿਸਥਿਤੀਆਂ ਹੋ ਸਕਦੀਆਂ, ਉਹਨਾਂ ਦੇ ਵਿੱਚ ਜਿਹੜਾ ਲੋਕ ਸਮੂਹ ਹੈ ਉਹਦੀ ਜਿਹੜੀ ਸੱਭਿਆਚਾਰਕ ਸੋਚਣੀ ਹੈ, ਲੋਕਾਂ ਦੀ ਸੱਭਿਆਚਾਰਕ ਸੋਚਣੀ ਹੈ, ਉਹਨੂੰ ਜਦੋਂ ਅਸੀਂ ਪ੍ਰਗਟ ਕਰਦੇ ਹਾਂ ਉਹ ਹੀ ਰੂਪ ਲੋਕਧਾਰਾ ਹੈ। ਇਸ ਪ੍ਰਗਟਾ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਤ ਕਰਦੀ ਹੈ। ਸੋ ਵਿਦਿਆਰਥੀਓ ਇਹ ਚੀਜ਼ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਅੱਗੇ ਦੱਸਿਆ ਉਹਨਾਂ ਨੇ, ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕ ਗੀਤ, ਉਚਾਰ ਅਤੇ ਬਿਰਤਾਂਤ ਤੋਂ ਕਥਾ, ਕਥਾ ਅਤੇ ਕਾਰਜ ਤੋਂ ਰੀਤ, ਸੱਭਿਆਚਾਰਕ ਸਥਾਪਨਾਵਾਂ ਤੋਂ ਲੋਕ ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ। ਇਹ ਪਰਿਭਾਸ਼ਾ ਕਾਰਜਾਤਮਕ ਦ੍ਰਿਸ਼ਟੀਕੋਣ ਤੋਂ ਸਾਰਥਕ ਹੈ। ਸੋ ਵਿਦਿਆਰਥੀਓ ਉਹਨਾਂ ਨੇ ਡੈਫੀਨੇਸ਼ਨ ਨਿਸ਼ਚਿਤ ਕੀਤੀ ਹੈ। ਅੱਗੇ ਆਪਾਂ ਕਰਦੇ ਹਾਂ। ਅਸਲ ਦੇ ਵਿੱਚ ਜਿਹੜੀ ਲੋਕਧਾਰਾ ਹੈਗੀ ਹੈ ਉਹ ਲੋਕਾਂ ਦੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ, ਲੋਕਾਂ ਦੇ ਮਨ ਦੇ ਵਿੱਚ ਚੱਲ ਰਹੇ ਵਿਚਾਰ ਹੁੰਦੇ ਆ, ਲੋਕਾਂ ਦੇ ਮਨ ਦੇ ਵਿੱਚ ਪ੍ਰਚਲਿਤ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਵਹਿਮ ਭਰਮ, ਗੀਤ ਸੰਗੀਤ ਜੋ ਵੀ ਹੈ ਸਮਾਜ ਦਾ, ਉਹ ਅਗਲੀ ਪੀੜ੍ਹੀ 'ਚ ਜਾਂਦਾ, ਉਹ ਲੋਕਧਾਰਾ ਨੂੰ ਲੈ ਕੇ ਜਾਂਦਾ, ਉਹ ਲੋਕਧਾਰਾ ਦੀ ਪਰਿਭਾਸ਼ਾ ਨੂੰ ਵਿਅਕਤ ਕਰਦਾ। ਲੋਕਧਾਰਾ ਦੇ ਜਿਹੜੇ ਪ੍ਰਮੁੱਖ ਲੱਛਣ ਉਹ ਕਿਹੜੇ-ਕਿਹੜੇ ਹੁੰਦੇ ਆ ਇਹ ਦੇਖਣ ਵਾਲੀ ਗੱਲ ਹੈ। ਕਿਸੇ ਵੀ ਜਨ ਸਮੂਹ ਦੀ ਲੋਕਧਾਰਾ ਉਸਦੇ ਵਿਸ਼ੇਸ਼ ਵਿਅਕਤ ਰੂਪਾਂ ਤੋਂ ਪਹਿਚਾਨੀ ਜਾਂਦੀ ਹੈ। ਇਹ ਵਿਸ਼ੇਸ਼ ਵਿਅਕਤ ਰੂਪ ਹੀ ਉਸਦੇ ਪ੍ਰਮੁੱਖ ਲੱਛਣ ਹੁੰਦੇ ਹਨ। ਸਧਾਰਨ ਹਾਲਤਾਂ ਵਿੱਚ ਇਹ 10 ਜਾਂ 11 ਹੁੰਦੇ ਹਨ। ਪਹਿਲਾ ਕਿਹੜਾ ਹੈਗਾ? ਮਨੋਸਥਿਤੀ, ਮਾਨਸਿਕਤਾ। ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਲੋਕ ਸਮੂਹ ਦੀ ਜਿਹੜੀ ਮਨੋਸਥਿਤੀ ਹੈ, ਲੋਕਾਂ ਦੀ ਸੋਚ ਕੀ ਹੈ। ਮਨੋਸਥਿਤੀ ਲੋਕਾਂ ਦੀ ਜੀਵਨ ਜੁਗਤ ਤੇ ਜੀਵਨ ਸਥਿਤੀ ਦੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਤੇ ਨਿਰਧਾਰਤ ਹੁੰਦੀ ਹੈ। ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ ਜੀਵਨ ਸਥਿਤੀ ਵਿੱਚ ਵੀ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰਦੇ ਹੈ। ਇਸ ਕਥਨ ਨੂੰ 1985 ਤੋਂ ਪਿੱਛੋਂ ਪੰਜਾਬ ਵਿੱਚ ਆਏ ਹਰੇ ਇਨਕਲਾਬ, ਵੈਸੇ ਤਾਂ 1966 ਦੇ ਵਿੱਚ ਹਰੀ ਕ੍ਰਾਂਤੀ ਆ ਗਈ ਸੀ, ਉਸ ਤੋਂ ਬਾਅਦ ਇੱਕ 20 ਸਾਲ ਜਦੋਂ ਇਸ ਕ੍ਰਾਂਤੀ ਨੇ ਫਾਇਦੇ ਦਿੱਤੇ ਸੀ ਸਮਾਜ ਦੇ ਵਿੱਚ, ਚੰਗੇ ਤੇ ਮਾੜੇ ਪੱਖ ਵੀ ਉਹਦੇ ਉੱਭਰ ਕੇ ਸਾਹਮਣੇ ਆਏ ਤੇ ਸਾਡੀ ਲੋਕਧਾਰਾ ਦੇ ਉੱਪਰ ਵੀ ਉਹਨੇ
ਪ੍ਰਭਾਵ ਪਾਇਆ। ਇਸ ਇਨਕਲਾਬ ਸਦਕਾ ਪੰਜਾਬ ਦੀ ਖੇਤੀਬਾੜੀ ਪ੍ਰਤੀ ਸੋਚਣੀ ਵਿੱਚ ਪਰਿਵਰਤਨ ਆਉਣਾ ਸਦਕਾ ਲੋਕਾਂ ਦੀ ਮਨੋਸਥਿਤੀ ਵਿੱਚ ਪ੍ਰਤੱਖ ਪਰਿਵਰਤਨ ਆਏ। ਜਿਵੇਂ ਖੇਤੀ ਕਰਨ ਦੇ ਢੰਗ ਬਦਲ ਗਏ, ਖੇਤੀ ਦੀ ਪੈਦਾਵਾਰ ਵੱਧ ਗਈ, ਉਹ ਇੱਕ ਆਮਦਨ ਦਾ ਸਾਧਨ ਬਣ ਗਿਆ। ਇਹ ਸਾਰੀਆਂ ਚੀਜ਼ਾਂ ਨੇ ਲੋਕਾਂ ਦੀ ਸੋਚ ਨੂੰ ਵੀ ਬਦਲਤਾ। ਇਸ ਪਰਿਵਰਤਨ ਦਾ ਪਰਤਾਅ ਅੱਜ ਸਿਰਜੀ ਜਾ ਰਹੀ ਲੋਕਧਾਰਾ ਤੇ ਪਰੰਪਰਾਗਤ ਲੋਕਧਾਰਾ ਦੇ ਬੇਲੋੜੇ ਤੱਤਾਂ ਦੇ ਨਿਖੇਧ ਵਿੱਚ ਮਿਲਦਾ ਹੈ। ਨੰਬਰ 2 ਤੇ ਪਰੰਪਰਾ ਲੋਕਧਾਰਾ ਦੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਨ ਦੇ ਸੰਕਲਪ ਨੂੰ ਵਿਅਕਤ ਕਰਦਾ ਹੈ। ਪਰੰਪਰਾ ਹੁੰਦਾ ਵੀ ਆਪਾਂ ਇੱਕ ਚੀਜ਼ ਜਦੋਂ ਦੂਸਰੀ ਪੀੜ੍ਹੀ ਜਾਂਦੀ, ਦੂਸਰੀ ਪੀੜ੍ਹੀ ਚੋਂ ਤੀਸਰੀ ਪੀੜ੍ਹੀ ਜਾਂਦੀ ਹੈ। ਜਿਵੇਂ ਲੋਕ ਬਾਤ ਹੋ ਗਈ, ਕਹਾਣੀਆਂ ਹੋ ਗਈਆਂ, ਲੋਕ ਕਹਾਣੀਆਂ ਇੱਕ ਪੀੜ੍ਹੀ ਦਾਦੀ ਆਪਣੇ ਪੋਤੇ ਪੋਤੀਆਂ ਨੂੰ ਸੁਣਾਉਂਦੀ ਹੈ, ਉਹ ਅਗਲੀ ਪੀੜ੍ਹੀ 'ਚ ਸੁਣਾਉਂਦੇ, ਇੱਦਾਂ ਇਹ ਚੱਲਦਾ ਹੀ ਰਹਿੰਦਾ ਹੈ। ਪਰੰਪਰਾ ਨੂੰ ਧਾਰਾ ਸ਼ਬਦ ਬਹੁਤ ਹੀ ਸਾਰਥਕ ਰੂਪ ਵਿੱਚ ਵਿਅਕਤ ਕਰਦਾ ਹੈ। ਵਣਜਾਰਾ ਬੇਦੀ 1978 ਪਰੰਪਰਾ ਤੇ ਲੋਕਧਾਰਾ ਦੇ ਸੁਭਾਅ ਬਾਰੇ ਬਹੁਤ ਸਾਰਥਕ ਟਿੱਪਣੀ ਕਰਦੇ ਆ। ਉਹ ਕੀ ਕਹਿੰਦੇ ਆ, ਫੋਕਲੋਰ ਜੀਵਨ ਦਾ ਸਹਿਜ ਪ੍ਰਪੰਚ ਹੈ ਅਤੇ ਅਚੇਤ ਰੂਪ ਵਿੱਚ ਜੀਵਨ ਵਿੱਚ ਰਚਿਆ ਹੁੰਦਾ ਹੈ। ਇਸ ਨੂੰ ਗ੍ਰਹਿਣ ਕਰਨ ਦੇ ਕਦੀ ਕਿਸੇ ਉਚੇਚੇ ਯਤਨ ਨਹੀਂ ਕੀਤਾ। ਇਹ ਆਟੋਮੈਟਿਕ ਹੀ ਹੈ, ਸਮਾਜ ਦੇ ਵਿੱਚ ਅੱਗੇ ਦੀ ਅੱਗੇ ਤੁਰਦਾ ਰਹਿੰਦਾ ਹੈ। ਧਾਰਾ ਵਿੱਚ ਕੁਝ ਆਪਣੇ ਆਪ ਰਚਦਾ ਹੈ ਅਤੇ ਕੁਝ ਵਿਸ਼ਨ ਹੁੰਦਾ ਰਹਿੰਦਾ ਹੈ। ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਮੂਲ ਰੂਪ ਵਿੱਚ ਹੁੰਦਿਆਂ ਹੋਇਆਂ ਉਹ ਵੀ ਤੇ ਕੁਝ ਹੋਰ ਵੀ ਪੁਰਾਤਨ ਵੀ ਹੈ ਤੇ ਨਵੀਨ ਵੀ। ਕੁਝ ਚੀਜ਼ਾਂ ਨਵੀਆਂ ਰਲ ਵੀ ਜਾਂਦੀਆਂ, ਉਹਦੇ 'ਚ ਕੁਝ ਪੁਰਾਣੀਆਂ ਚੀਜ਼ਾਂ ਛੁੱਟ ਵੀ ਜਾਂਦੀਆਂ। ਇਸ ਤਰ੍ਹਾਂ ਦੇ ਨਾਲ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਹੈ। ਹਰ ਧਾਰਾ ਆਪਣੇ ਆਪ ਵਿੱਚ ਪਰੰਪਰਾ ਹੈ। ਇਸ ਲਈ ਕਿਸੇ ਜਨ ਸਮੂਹ ਦੇ ਲੋਕਧਾਰਾ ਦੀ ਪਰੰਪਰਾ ਨੂੰ ਪਰਿਭਾਸ਼ਿਤ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਹਰ ਲੋਕ ਸਮੂਹ ਦੀ ਲੋਕਧਾਰਾ ਆਪਣੇ ਆਪ ਵਿੱਚ ਇੱਕ ਪਰੰਪਰਾ ਹੁੰਦੀ ਹੈ। ਇੱਕ ਪੀੜ੍ਹੀ ਦੀ ਜਿਹੜੀ ਲੋਕਧਾਰਾ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਪਰੰਪਰਾ ਹੁੰਦੀ ਹੈ। ਅਗਲੀ ਪੀੜ੍ਹੀ ਜੋ ਜਾਂਦੀ ਹੈ ਉਹ ਕੁਝ ਚੀਜ਼ਾਂ ਚੇਂਜ ਹੋ ਜਾਂਦੀਆਂ, ਕੁਝ ਚੀਜ਼ਾਂ ਪਿੱਛੇ ਰਹਿ ਜਾਂਦੀਆਂ। ਇਸ ਪਰੰਪਰਾ ਦੇ ਅੰਤਰਗਤ ਹੀ ਇਹ ਵਿਕਾਸ ਕਰਦੀ ਹੈ। ਇਸ ਪਰੰਪਰਾ ਦੇ ਅੰਤਰਗਤ ਹੀ ਇਹ ਨਵੀਆਂ ਰੁਚੀਆਂ ਧਾਰਨ ਕਰਦੀ ਹੈ ਅਤੇ ਪੁਰਾਣੀਆਂ ਰੁਚੀਆਂ ਦਾ ਤਿਆਗ ਕਰਦੀ ਹੈ। ਲੋਕਧਾਰਾ ਦੀ ਪਰੰਪਰਾ ਵਿੱਚ ਆਏ ਪਰਿਵਰਤਨ ਲੱਭੇ ਜਾ ਸਕਦੇ ਹੈ। ਇਸ ਦੇ ਪੜਾਅ ਨਿਸ਼ਚਿਤ ਕੀਤੇ ਜਾ ਸਕਦੇ ਹੈ। ਇਸ ਪਰੰਪਰਾ ਦੇ ਨਿਯਮ ਤਲਾਸ਼ ਕੀਤੇ ਜਾ ਸਕਦੇ ਹਨ। ਇਸ ਲਈ ਲੋਕਧਾਰਾ ਪਰੰਪਰਾ ਦਾ ਵਿਗਿਆਨ ਹੀ ਨਹੀਂ, ਸਗੋਂ ਖੁਦ ਪਰੰਪਰਾ ਹੈ। ਇਸ ਪਰੰਪਰਾ ਦੇ ਵਿਗਿਆਨ ਦਾ ਨਿਰਮਾਣ ਕਰਨਾ ਸੰਭਵ ਹੈ। ਨੰਬਰ 2 ਅਗਲਾ ਜਿਹੜਾ ਹੈਗਾ ਤੀਸਰਾ ਪੁਆਇੰਟ ਬਣਦਾ ਉਹ ਪ੍ਰਵੀਨਤਾ ਹੈ। ਲੋਕਧਾਰਾ ਦੇ ਤੀਸਰਾ ਜਿਹੜਾ ਲੱਛਣ ਉਹ ਪ੍ਰਵੀਨਤਾ। ਲੋਕਧਾਰਾ ਦਾ ਤੀਸਰਾ ਪ੍ਰਮੁੱਖ ਲੱਛਣ ਹੈਗਾ ਪ੍ਰਵੀਨਤਾ। ਲੋਕਧਾਰਾ ਦੀ ਪ੍ਰਵੀਨਤਾ ਤੋਂ ਭਾਵ ਹੈ ਕਿ ਇਹ ਲੋਕ ਸਮੂਹ ਦੀ ਹੁਨਰਮੰਦ ਯੋਗਤਾ ਦਾ ਸਹੀ ਪ੍ਰਤੀਬਿੰਬ ਹੁੰਦੀ ਹੈ। ਇਸ ਦੀ ਸਮੱਗਰੀ ਦੀ ਚੋਣ, ਰੂਪ ਦੀ ਬਣਤਰ, ਵੇਗ, ਇਸ ਲਈ ਵੇਗ ਪ੍ਰਸਥਿਤੀਆਂ ਨਿਭਾ ਲੋਕ ਸਮੂਹ ਦੇ ਸਰਵੋਤਮ ਹੁਨਰ ਦੁਆਰਾ ਭੂਸ਼ਿਤ ਹੁੰਦੇ ਹਨ। ਇਸ ਲਈ ਇਹ ਲੋਕਧਾਰਾ ਗਿਆਨ ਇੰਦਰੀਆਂ ਦੇ ਸੁਹਜ ਭਰਪੂਰ ਪ੍ਰਭਾਵ ਪਾਉਂਦੇ ਹਨ। ਲੋਕਧਾਰਾ ਵਿੱਚ ਕਰੂਪਤਾ, ਬੇਢਵੇਪਨ ਦੇ ਅੰਸ਼ ਨਹੀਂ ਸਮਾ ਸਕਦੇ। ਇਹ ਸਿੱਧੀ ਤੇ ਸਪਸ਼ਟ ਹੁੰਦੀ ਹੈ। ਲੋਕ ਤਾਂ ਹੀ ਸਵੀਕਾਰ ਕਰਦੇ ਆ ਜੇਕਰ ਇਹ ਪ੍ਰਵੀਨ ਹੋ। ਸ਼ਬਦਾਂ ਦੀ ਚੋਣ, ਸਮੱਗਰੀ ਦੀ ਚੋਣ, ਰੂਪ ਬਣਤਰ, ਜਿਹੜੀ ਵੀ ਲੋਕ ਕਹਾਣੀ ਜਾਂ ਲੋਕ ਪਰੰਪਰਾ ਅੱਗੇ ਤੁਰਦੀ ਹੈ ਉਹਦੇ 'ਚ ਪ੍ਰਵੀਨਤਾ ਦਾ ਹੋਣਾ ਵੀ ਅਵਸ਼ਕ ਹੈ, ਜ਼ਰੂਰੀ ਹੈ। ਇਹ ਗੱਲ ਭੁਪਿੰਦਰ ਸਿੰਘ ਖਹਿਰਾ ਕਹਿ ਰਹੇ ਆ। ਅਗਲਾ ਜਿਹੜਾ ਲੱਛਣ ਹੈਗਾ ਉਹ ਪ੍ਰਤਿਭਾ। ਲੋਕਧਾਰਾ ਦੇ ਅੰਸ਼ਾਂ ਦੀ ਕੋਈ ਵਿਅਕਤੀ ਵਿਸ਼ੇਸ਼ ਰਚਨਾ ਨਹੀਂ ਕਰ ਸਕਦਾ। ਇਹ ਵੀ ਸੰਭਵ ਨਹੀਂ ਕਿ ਸਾਰਾ ਲੋਕ ਸਮੂਹ ਇਕੱਠਾ ਬੈਠ ਕੇ ਕਿਸੇ ਲੋਕ ਗੀਤ ਦੀ ਰਚਨਾ ਕਰੇ ਜਾਂ ਅਖੌਤ ਦੀ ਘਾੜਤ ਘੜੇ। ਲੋਕਧਾਰਾ ਦੇ ਅੰਸ਼ ਲੋਕ ਪ੍ਰਤਿਭਾ ਦੀ ਉਪਜ ਹਨ। ਇਹ ਪ੍ਰਤਿਭਾ ਕੋਈ ਵੀ ਵਿਅਕਤੀ ਨਿਰੰਤਰ ਅਭਿਆਸ ਸਦਕਾ ਹਾਸਲ ਕਰ ਸਕਦਾ ਹੈ। ਲੋਕਧਾਰਾਈ ਪ੍ਰਤਿਭਾ ਵਾਲਾ ਵਿਅਕਤੀ ਇਸ ਦੀ ਪਰੰਪਰਾ ਤੋਂ ਭਲੀ ਭਾਂਤ ਵਾਕਫ ਹੁੰਦਾ ਹੈ। ਇਸ ਦੇ ਮੂਲ ਰੂਪਾਂ ਤੇ ਮੋਟਫਾਂ ਤੇ ਉਸ ਦੇ ਪਕੜ ਹੁੰਦੀ ਹੈ। ਉਸ ਵਿਅਕਤੀ ਦਾ ਮਨ ਸੁਤੇ ਸਿੱਧ ਹੀ ਲੋਕਧਾਰਾ ਦੀ ਪਰੰਪਰਾ ਤੇ ਪ੍ਰਬੰਧ ਦੇ ਪ੍ਰਸੰਗ ਵਿੱਚ ਵਿਚਰਦਾ ਹੈ। ਅਜਿਹੇ ਵਿਅਕਤੀ ਦੁਆਰਾ ਰਚੀ ਗਈ ਰਚਨਾ ਸਹਿਜੇ ਹੀ ਲੋਕਧਾਰਾ ਦੀ ਪਰੰਪਰਾ ਦਾ ਅੰਗ ਬਣ ਜਾਂਦੀ
ਹੈ। ਅਜਿਹਾ ਵਿਅਕਤੀ ਵਿਸ਼ੇਸ਼ ਜੋ ਲੋਕਧਾਰਕ ਪ੍ਰਤਿਭਾ ਹਾਸਲ ਕਰ ਲੈਂਦਾ ਹੈ, ਉਹ ਆਪਣੀ ਸਿਰਜਣਾ ਵਿੱਚ ਲੋਕ ਸਮੂਹ ਵਿੱਚ ਵਿਚਰ ਰਹੇ ਸਾਰਥਕ ਵਿਰੋਧਾਂ ਦੀ ਹੀ ਗੱਲ ਕਰਦਾ ਹੈ। ਆਪਣੇ ਨਿੱਜੀ ਰੋਣੇ ਨਹੀਂ ਰੋਂਦਾ। ਦੂਸਰਾ, ਉਹ ਸਰਵ ਪ੍ਰਵਾਨਿਤ ਪ੍ਰਬੰਧਾਂ ਦੀ ਵਰਤੋਂ ਕਰਦਾ ਹੈ। ਇਸ ਲਈ ਲੋਕਧਾਰਾ ਦੇ ਭਿੰਨ ਭਿੰਨ ਰੂਪਾਂ ਦੇ ਕੁਝ ਖਾਸ ਨਿਯਮ ਪ੍ਰਬੰਧ ਹੀ ਹੁੰਦੇ ਹਨ। ਲੋਕਧਾਰਕ ਪ੍ਰਤਿਭਾ ਵਾਲੇ ਵਿਅਕਤੀ ਦਾ ਸਰੀਰ ਆਪਣਾ ਤੇ ਮਨ ਲੋਕਾਂ ਦਾ ਹੁੰਦਾ ਹੈ। ਉਹਦਾ ਸਰੀਰ ਤੇ ਕੰਟਰੋਲ ਹੁੰਦਾ ਹੈ, ਮਨ ਤਾਂ ਲੋਕਾਂ ਦੇ ਵਿੱਚ ਹੀ ਖੁੱਭਿਆ ਰਹਿੰਦਾ ਹੈ। ਅਗਲਾ ਪੁਆਇੰਟ ਹੈਗਾ ਵਿਦਿਆਰਥੀਓ, ਪ੍ਰਵਾਨਗੀ। ਜਿਹੜੀਆਂ ਸਾਰੀਆਂ ਸਮੱਗਰੀ ਹੁੰਦੀਆਂ ਨੇ ਉਹ ਲੋਕਾਂ ਦਾ ਸਮੂਹ ਵੀ ਪ੍ਰਵਾਨ ਕਰੇ ਤਾਂ ਹੀ ਇਹ ਸਵੀਕਾਰ ਹੋ ਸਕਦੀ ਹੈ। ਲੋਕਧਾਰਾ ਦਾ ਸਰਬ ਸਮੂਹ ਵੱਲੋਂ ਪ੍ਰਵਾਨ ਹੋਣਾ ਇਸ ਦੀ ਇੱਕ ਹੋਰ ਉੱਗੀ ਖਾਸੀਅਤ ਹੈ। ਲਾਜ਼ਮੀ ਹੈ ਕਿ ਉਹ ਪ੍ਰਵਾਨ ਵੀ ਕੀਤਾ ਜਾਵੇ ਲੋਕਾਂ ਦੁਆਰਾ। ਲੋਕਧਾਰਾ ਪ੍ਰਤਿਭਾ ਦੁਆਰਾ ਕੀਤੀ ਗਈ ਸਿਰਜਣਾ ਨੂੰ ਲੋਕ ਪ੍ਰਵਾਨਗੀ ਮਿਲਣਾ ਬਹੁਤ ਜ਼ਰੂਰੀ ਹੈ। ਭਾਵ ਉਸ ਸਿਰਜਣਾ ਪ੍ਰਤੀ ਲੋਕਾਂ ਦਾ ਹੁੰਗਾਰਾ ਸਾਰਥਕ ਹੋਣਾ ਚਾਹੀਦਾ ਹੈ। ਲੋਕ ਸਮੂਹ ਦੀ ਪ੍ਰਵਾਨਗੀ ਦਾ ਮਤਲਬ ਸਿਰਫ ਉਹਨਾਂ ਦਾ ਹਾਂ ਜਾਂ ਨਾ ਵਿੱਚ ਉੱਤਰ ਦੇਣ ਤੋਂ ਨਹੀਂ, ਸਗੋਂ ਲੋਕ ਪ੍ਰਵਾਨਗੀ ਤੋਂ ਭਾਵ ਉਸ ਸਿਰਜਣਾ ਨੂੰ ਵਿਵਹਾਰਕ ਰੂਪ ਵਰਤੋਂ ਵਿੱਚ ਲਿਆਉਣਾ ਹੈ। ਜੇਕਰ ਲਿਆਉਂਦਾ ਹੈ ਤਾਂ ਇਹ ਉਸ ਵੱਲੋਂ ਸਵੀਕਾਰ ਹੈ। ਇਸ ਲਈ ਹਰ ਲੋਕਧਾਰਾ ਸਿਰਜਣਾ ਦੀ ਲੋਕ ਸਮੂਹ ਵੱਲੋਂ ਵਿਵਹਾਰਕ ਵਰਤੋਂ ਜ਼ਰੂਰੀ ਹੈ। ਇਸ ਵਰਤੋਂ ਭਾਵੇਂ ਖਾਸ ਮੌਕਿਆਂ ਤੇ ਸੀਮਿਤ ਰੂਪ ਤੱਕ ਹੀ ਹੁੰਦੀ ਹੋਵੇ। ਅਗਲਾ ਜਿਹੜਾ ਹੈਗਾ ਲੱਛਣ ਉਹ ਹੈਗਾ ਪ੍ਰਬੰਧਕਤਾ। ਪ੍ਰਬੰਧਕਤਾ ਲੋਕਧਾਰਾ ਦਾ ਇੱਕ ਹੋਰ ਲੱਛਣ ਹੈ। ਇਹ ਸਮੇਂ ਸਮਾਜ ਦੇ ਸਨਮੁਖ ਪਰਿਸਥਿਤੀਆਂ ਦੇ ਅਨੁਕੂਲ ਆਪਣਾ ਇੱਕ ਨਿਸ਼ਚਿਤ ਪ੍ਰਬੰਧ ਸਿਰਜਦੀ ਹੈ। ਉਸ ਨਿਸ਼ਚਿਤ ਪ੍ਰਬੰਧ ਅਨੁਸਾਰ ਲੋਕਧਾਰਾ ਦੇ ਵਿਭਿੰਨ ਰੂਪ, ਚਿੰਨ੍ਹ ਅਤੇ ਮੋਟਿਵ ਵਿਅਕਤ ਹੁੰਦੇ ਹਨ। ਹਰ ਲੋਕ ਸਮੂਹ ਦੀ ਲੋਕਧਾਰਾ ਦਾ ਆਪਣਾ ਨਿਵੇਕਲਾ ਪ੍ਰਬੰਧ ਹੁੰਦਾ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਇਹ ਪ੍ਰਬੰਧ ਹੀ ਲੋਕਧਾਰਾ ਦੀ ਵਿਲੱਖਣ ਪਹਿਚਾਣ ਤੇ ਵਿਕਾਸ ਦੇ ਰਾਹ ਨੂੰ ਨਿਰਧਾਰਤ ਕਰਦਾ। ਉਹਦੇ ਰਾਹਾਂ ਨੂੰ ਵੀ ਨਿਰਧਾਰਤ ਇਹੀ ਚੀਜ਼ ਕਰਦੀ ਹੈ। ਲੋਕਧਾਰਾ ਦੇ ਤੱਤ ਅਣਵਿਉਂਤੇ, ਬੇਤਰਤੀਬੇ ਪ੍ਰਗਟ ਨਹੀਂ ਹੁੰਦੇ। ਇਹਨਾਂ ਦੀ ਇੱਕ ਵਿਸ਼ੇਸ਼ ਵਿਆਕਰਨ ਹੁੰਦਾ ਹੈ। ਜਿਸ ਤਰ੍ਹਾਂ ਇੱਕ ਵਾਕ ਵਿੱਚ ਕਿਰਿਆ, ਕਾਰਕ, ਵਿਸ਼ੇਸ਼ਣ ਤੇ ਆਪਣੇ ਨਿਯਮ ਹਨ, ਇਸੇ ਤਰ੍ਹਾਂ ਲੋਕਧਾਰਾ ਵਿੱਚ ਵੀ ਕੁਝ ਜਨਤਕੀ ਨਿਯਮ ਕੰਮ ਕਰਦੇ ਹਨ ਜੇ ਲੋਕਧਾਰਾ ਦੇ ਪ੍ਰਬੰਧ ਦੀ ਸਿਰਜਣਾ ਕਰਦੇ ਹਨ। ਪਰਪੱਕਤਾ, 7ਵਾਂ ਪੁਆਇੰਟ ਵਿਦਿਆਰਥੀਓ ਤੁਹਾਡਾ ਇਸ ਦਾ ਬਣਦਾ ਲੱਛਣ 7ਵਾਂ, ਪਰਪੱਕਤਾ। ਲੋਕਧਾਰਾ ਦੇ ਰੂਪ ਵਿੱਚ ਪਰਪੱਕ ਹੁੰਦੇ ਹਨ। ਭਾਵ ਇਹ ਕੱਚ ਘਰੜ ਸਮੱਗਰੀ ਦੇ ਨਹੀਂ ਬਣੇ ਹੁੰਦੇ। ਲੋਕ ਸਮੂਹ ਦੀ ਵਰਤੋਂ ਦੁਆਰਾ ਇਹ ਹੰਢੇ ਹੋਏ ਅਨੁਭਵਾਂ ਤੇ ਤਜਰਬਿਆਂ ਨੂੰ ਆਪਣੇ ਵਿੱਚ ਸਮਾਉਂਦੇ ਚਲੇ ਜਾਂਦੇ ਹਨ। ਇਸ ਤਰ੍ਹਾਂ ਹਰ ਪ੍ਰਬੰਧ, ਹਰ ਰੂਪ ਆਪਣੀ ਕਚਾਈ ਨੂੰ ਤਿਆਗਦਾ ਹੋਇਆ ਪਰਪੱਕ ਰੂਪ ਧਾਰਨ ਕਰ ਲੈਂਦਾ ਹੈ, ਜਿਸ ਵਿੱਚ ਫੇਰ ਬਦਲ ਦੀ ਕੋਈ ਬਹੁਤੀ ਗੁੰਜਾਇਸ਼ ਨਹੀਂ ਹੁੰਦੀ। ਜਿਸ ਤਰ੍ਹਾਂ ਸੁੱਤੀ ਪਈ ਦੇ ਚਮਕ ਪੇ ਬਾਲੇ, ਲੋਕਾਂ ਭਾਣੇ ਚੰਦ ਚੜਿਆ। ਇਸ ਪ੍ਰਗਟਾ ਰੂਪ ਵਿੱਚ ਸ਼ਬਦ ਚੋਣ, ਸ਼ਬਦ ਵਿਉਂਤ, ਉਚਾਰ ਪਰਪੱਕ ਹੈ। ਇਸ ਵਿੱਚ ਫੇਰ ਬਦਲੀ ਦੀ ਕੋਈ ਗੁੰਜਾਇਸ਼ ਨਹੀਂ, ਪਰ ਕਥਾ ਰੂਪਾਂ ਨੂੰ ਪਰਪੱਕਤਾ ਵਿਅਕਤੀ ਦਾ ਉਚਾਰ ਤੇ ਉਸਦੀ ਲੋਕਧਾਰਕ ਪ੍ਰਤਿਭਾ ਪ੍ਰਦਾਨ ਕਰਦੀ ਹੈ। ਇਸ ਲਈ ਪਿੰਡਾਂ ਵਿੱਚ ਬਾਤਾਂ ਪਾਉਣ ਵਾਲੇ ਉਚਾਰ ਦੇ ਅਭਿਆਸ ਸਦਕਾ ਮੁਹਾਰਤ ਹਾਸਲ ਕਰਦੇ ਹਨ। ਪੂਰਨਤਾ, 8ਵਾਂ ਲੱਛਣ ਇਹਦਾ ਹੈਗਾ ਲੋਕਧਾਰਾ ਦਾ। ਹਰ ਲੋਕ ਸਮੂਹ ਦੀ ਲੋਕਧਾਰਾ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਜੇਕਰ ਅੰਗਰੇਜ਼ੀ ਸਮਾਜ ਵਿੱਚ ਕਥਾ ਦੀਆਂ 4 ਵੰਨਗੀਆਂ ਮਿਲਦੀਆਂ ਹਨ ਤਾਂ ਪੰਜਾਬੀ ਵਿੱਚ ਵੀ 4 ਹੀ ਮਿਲਣੀਆਂ ਚਾਹੀਦੀਆਂ ਨੇ। ਇਸ ਲਈ ਲੋਕਧਾਰਾ ਵੀ ਵੰਨਗੀਆਂ ਦੀ ਬਾਅਦ ਘਾਟ ਹੁੰਦੀ ਹੈ। ਇਸ ਦੇ ਰੂਪਾਂ ਦੀ ਗਿਣਤੀ ਮਿਣਤੀ ਲੋਕਧਾਰਾ ਦੀਆਂ ਪੂਰਨਤਾ ਦੀ ਗਿਣਤੀ ਮਿਣਤੀ ਲਈ ਸਹਾਈ ਨਹੀਂ ਹੁੰਦੀ। ਹਰ ਲੋਕ ਸਮੂਹ ਦੀ ਲੋਕਧਾਰਾ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ। ਜੇਕਰ ਉਸ ਲੋਕ ਸਮੂਹ ਦਾ ਚੌਗਿਰਦਾ ਰਹਿਣ ਸਹਿਣ ਤੇ ਸੱਭਿਆਚਾਰਕ ਕਿਸੇ ਵਿਸ਼ੇਸ਼ ਲੋਕਧਾਰਾ ਰੂਪ ਦੀ ਸਿਰਜਣਾ ਦੀ ਲੋੜ ਨੂੰ ਜਨਮ ਨਹੀਂ ਦਿੰਦਾ ਜਾਂ ਇਸ ਦੀ ਸਿਰਜਣਾ ਲਈ ਸਮੱਗਰੀ ਪ੍ਰਦਾਨ ਨਹੀਂ ਕਰਦਾ ਤਾਂ ਲੋਕ ਸਮੂਹ ਉਸ ਰੂਪ ਦੀ ਸਿਰਜਣਾ ਨਹੀਂ ਕਰ ਸਕਦੇ। ਉਸ ਰੂਪ ਦਾ ਸੰਬੰਧਿਤ ਲੋਕਧਾਰਾ ਵਿੱਚ ਅਭਾਵ ਹੋਣਾ ਉਸ ਲੋਕਧਾਰਾ ਨੂੰ ਅਪੂਰਨ ਕਲਾ ਨਹੀਂ ਬਣਾਉਂਦਾ। ਹਰ ਲੋਕ ਸਮੂਹ ਦੀ ਲੋਕਧਾਰਾ ਆਪਣੇ ਆਪ ਵਿੱਚ ਸੰਪੂਰਨ ਤੇ ਲੋਕ ਸਮੂਹ ਦੀ ਲੋੜ ਅਨੁਸਾਰ ਹੁੰਦੀ ਹੈ। ਨੰਬਰ 9ਵਾਂ ਲੱਛਣ ਹੈ ਜਿਹੜਾ ਉਹ ਹੈਗਾ ਪਰਿਵਰਤਨ। ਪਰਿਵਰਤਨ ਲੋਕਧਾਰਾ ਦਾ ਪ੍ਰਭਾਵੀ ਲੱਛਣ ਹੈ।
ਸਮੇਂ ਤੇ ਸਥਾਨ ਦੇ ਪ੍ਰਸੰਗ ਵਿੱਚ ਪਰਿਸਥਿਤੀਆਂ ਦੇ ਬਦਲਣ ਨਾਲ ਲੋਕਧਾਰਾ ਵਿੱਚ ਵੀ ਪਰਿਵਰਤਨ ਆਉਂਦੇ ਰਹਿੰਦੇ ਹਨ। ਇਹਨਾਂ ਪਰਿਵਰਤਨਾਂ ਦਾ ਕਾਰਨ ਬਾਹਰੀ ਪ੍ਰਭਾਵ ਅਤੇ ਅੰਦਰੂਨੀ ਵਿਰੋਧ ਹੁੰਦੇ ਹਨ। ਲੋਕਧਾਰਾ ਦੇ ਰੂਪ ਤੇ ਸ਼ੈਲੀਆਂ ਵਿੱਚ ਪਰਿਵਰਤਨ ਸਹਿਜੇ ਸਹਿਜੇ ਆਉਂਦੇ ਹਨ। ਇਹ ਕਾਫੀ ਸਮਾਂ ਸਥਿਰ ਰਹਿੰਦੇ ਹਨ, ਪਰ ਲੋਕਧਾਰਾ ਦਾ ਉਚਾਰ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਸਮੱਗਰੀ ਵਿੱਚ ਪਰਿਵਰਤਨ ਛੇਤੀ ਆਉਂਦੇ ਹਨ। ਇਸ ਤਰ੍ਹਾਂ ਲੋਕਧਾਰਾ ਨਿਰੰਤਰ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਰਹਿੰਦੀ ਹੈ। ਨਵੇਂ ਰੂਪਾਂ ਤੇ ਸਮੱਗਰੀ ਨੂੰ ਧਾਰਨ ਕਰਦੀ ਹੋਈ, ਬੇਲੋੜੇ ਰੂਪਾਂ ਤੇ ਸਮੱਗਰੀ ਨੂੰ ਵਿਛੰਨ ਕਰਦੀ ਹੋਈ ਅੱਗੇ ਤੁਰਦੀ ਹੈ। ਇਹਨਾਂ ਪਰਿਵਰਤਨਾਂ ਸਦਕਾ ਇਹ ਅਜ਼ਰ ਤੇ ਅਮਰ ਰਹਿੰਦੀ ਹੈ। ਇਹ ਸਦਾਈ ਨਾ ਮੁੱਕਣ ਵਾਲੀ, ਨਾ ਮਰਨ ਵਾਲੀ ਰਹਿੰਦੀ ਹੈ, ਅਮਰ ਹੁੰਦੀ ਹੈ। ਸੋ ਵਿਦਿਆਰਥੀਓ, ਇਹਦੇ ਨਾਲ ਹੀ ਤੁਹਾਡਾ ਇਹ ਜਿਹੜਾ ਚੈਪਟਰ ਹੈਗਾ ਉਹ ਖਤਮ ਹੋ ਗਿਆ। ਹੁਣ ਆਪਾਂ ਇਸ ਲੋਕਧਾਰਾ ਦੇ ਜਿਹੜੇ ਪਰਿਭਾਸ਼ਾ ਤੇ ਲੱਛਣ, ਇਹਦੇ ਜਿਹੜੇ ਲੇਖਕ ਹੈਗੇ ਆ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ, ਤੇ ਫਿਰ ਇਸ ਚੈਪਟਰ ਦਾ ਐਨਾਲਿਸਿਸ ਵੀ ਉਹਦਾ ਦੇਖਾਂਗੇ ਕਿਸ ਤਰ੍ਹਾਂ ਕੀਤਾ ਹੈਗਾ, ਕਿਵੇਂ ਉਹਨੂੰ ਵਿਚਾਰਿਆ ਹੈਗਾ ਸੰਪਾਦਕ ਨੇ। ਅੰਤਕਾ ਦੇ ਵਿੱਚ ਰਚਨਾ ਦਾ ਨਾਂ ਲੋਕਧਾਰਾ ਪਰਿਭਾਸ਼ਾ ਤੇ ਲੱਛਣ, ਲੇਖਕ ਦਾ ਨਾਂ ਭੁਪਿੰਦਰ ਸਿੰਘ ਖਹਿਰਾ, ਜਨਮ ਮਿਤੀ 8 ਮਾਰਚ 1950, ਪਿੰਡ ਖਹਿਰਾ, ਜ਼ਿਲ੍ਹਾ ਲੁਧਿਆਣਾ। ਮਾਤਾ ਤੇ ਪਿਤਾ ਦਾ ਨਾਮ ਵਿਦਿਅਕ ਯੋਗਤਾ ਤੇ ਕਿੱਤਾ। ਇਹ ਮਾਤਾ ਉਹਨਾਂ ਦੀ ਚੰਦ ਕੌਰ ਸੀ ਤੇ ਪਿਤਾ ਜੀ ਸਰਦਾਰ ਸੰਤਾ ਸਿੰਘ ਸਨ। ਵਿਦਿਅਕ ਯੋਗਤਾ PhD, ਪ੍ਰੋਫੈਸਰ ਪੱਤਰ ਵਿਵਹਾਰ, ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, CC ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਰਹੇ ਪੰਜਾਬੀ ਵਿਭਾਗ ਦੇ। ਉਹਨਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਸੀਗੀਆਂ, ਉਹਨਾਂ ਦੇ ਵਿੱਚ ਭਾਵ ਲੋਕ 1980, ਪੰਜਾਬੀ ਮਿੱਥ ਕਥਾਵਾਂ ਦੀ ਚਿੰਨ੍ਹ ਯੁਕਤ 1986 ਈਸਵੀ ਵਿੱਚ, ਲੋਕਧਾਰਾ ਭਾਸ਼ਾ ਤੇ ਸੱਭਿਆਚਾਰ 1988 ਈਸਵੀ ਵਿੱਚ। ਡਾਕਟਰ ਭੁਪਿੰਦਰ ਸਿੰਘ ਖਹਿਰਾ ਪੰਜਾਬੀ ਲੋਕਧਾਰਾ ਦੇ ਸੰਚਾਰਾਤਮਕ ਤੇ ਚਿਹਨ ਵਿਗਿਆਨ ਅਧਿਐਨ ਦੀ ਪਿਰਤ ਨੂੰ ਸਥਾਪਿਤ ਕਰਨ ਵਾਲੇ ਪ੍ਰਬੁੱਧ ਵਿਦਵਾਨ ਹਨ। ਉਚੇਰੀ ਸਿੱਖਿਆ ਵਿੱਚ ਲੋਕਧਾਰਾ ਦੇ ਅਧਿਆਪਨ ਨੂੰ ਪੱਕੇ ਪੈਰੀ ਕਰਨ ਲਈ ਲੋੜੀਂਦੀ ਉੱਚ ਪੱਧਰੀ ਪਾਠ ਸਮੱਗਰੀ ਪੈਦਾ ਕਰਨ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਲੇਖ ਵਿੱਚ ਉਹਨਾਂ ਲੋਕਧਾਰਾ ਨੂੰ ਪਰਿਭਾਸ਼ਿਤ ਕਰਨ ਦੇ ਨਾਲ ਨਾਲ ਇਸ ਦੇ ਮੁੱਖ ਲੱਛਣਾਂ ਵਿਵਰਣ ਵੀ ਦਿੱਤਾ ਹੈ। ਲੇਖ ਦੇ ਸ਼ੁਰੂ ਵਿੱਚ ਲੇਖ ਦੱਸਦਾ ਹੈ ਕਿ ਲੋਕਧਾਰਾ ਸ਼ਬਦ ਅੰਗਰੇਜ਼ੀ ਸ਼ਬਦ ਫੋਕਲੋਰ ਦੇ ਸਮਾਨ ਅਰਥ ਵਜੋਂ ਵਰਤਿਆ ਜਾਂਦਾ ਹੈ। ਫੋਕਲੋਰ ਲਈ ਪੰਜਾਬੀ ਵਿੱਚ ਲੋਕ ਜਾਨ ਸ਼ਬਦ ਦੀ ਵਰਤੋਂ ਵੀ ਹੁੰਦੀ ਹੈ, ਪਰ ਡਾਕਟਰ ਖਹਿਰਾ ਦੇ ਵਿਚਾਰ ਵਿੱਚ ਪੰਜਾਬੀ ਮੁਹਾਵਰੇ ਅਨੁਸਾਰ ਲੋਕਧਾਰਾ ਸ਼ਬਦ ਹੀ ਵਧੇਰੇ ਢੁਕਵਾਂ ਹੈ। ਇਸ ਦੇ ਪ੍ਰਚਲਿਤ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਹਨ। ਪੰਜਾਬੀ ਵਿੱਚ ਲੋਕਧਾਰਾ ਸ਼ਬਦ ਪਹਿਲੀ ਵਾਰ ਡਾਕਟਰ ਬਨਜਾਰਾ ਬੇਦੀ ਨੇ ਵਰਤਿਆ ਸੀ। ਡਾਕਟਰ ਖਹਿਰਾ ਅਨੁਸਾਰ ਲੋਕਧਾਰਾ ਪਰਿਭਾਸ਼ਿਤ ਕਰਨਾ ਇੱਕ ਕਠਿਨ ਕਾਰਜ ਹੈ, ਕਿਉਂਕਿ ਇਸ ਦੇ ਸਾਰੇ ਤੱਤ ਵੱਖ-ਵੱਖ ਗਿਆਨ ਅਨੁਸ਼ਾਸਨ ਵਿੱਚ ਸੁਤੰਤਰ ਤੌਰ ਤੇ ਪਰਿਭਾਸ਼ਿਤ ਹੋ ਚੁੱਕੇ ਹਨ। ਇਹਨਾਂ ਸਾਰੇ ਤੱਤਾਂ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਸਾਂਝੀ ਪਰਿਭਾਸ਼ਾ ਲੱਭਣਾ ਮੁਸ਼ਕਲ ਕੰਮ ਹੈ। ਡਾਕਟਰ ਖਹਿਰਾ ਲੋਕਧਾਰਾ ਦੀ ਸੰਖੇਪ ਪਰਿਭਾਸ਼ਾ ਦਿੰਦੇ ਹੋਏ ਲਿਖਦੇ ਆ ਕਿ ਸਮੇਂ, ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਪ੍ਰਗਟ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾ ਲਈ ਵਰਤੀ ਗਈ ਸਮੱਗਰੀ ਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੀ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਇਹ ਜਿਹੜੀ ਸਮੱਗਰੀ ਹੈ ਸਾਰੀ। ਇਸ ਉਪਰੰਤ ਡਾਕਟਰ ਖਹਿਰਾ ਨੇ ਲੋਕਧਾਰਾ ਦੇ ਕੁਝ ਪ੍ਰਮੁੱਖ ਲੱਛਣਾਂ ਦਾ ਬਿਊਰਾ ਪੇਸ਼ ਕੀਤਾ ਹੈ। ਲੋਕਧਾਰਾ ਦੇ ਲੱਛਣਾਂ ਵਿੱਚ ਉਹਨਾਂ ਨੇ ਲੋਕ ਸਮੂਹ ਦੇ ਮਨੋਸਥਿਤੀ, ਪਰੰਪਰਾ, ਪ੍ਰਵੀਨਤਾ, ਪ੍ਰਤਿਭਾ, ਪ੍ਰਵਾਨਗੀ, ਪਰਿਪੱਕਤਾ, ਪੂਰਨਤਾ, ਪਰਿਵਰਤਨ ਆਦਿ ਬਾਰੇ ਜਾਣਕਾਰੀ ਦਿੱਤੀ ਹੈ। ਡਾਕਟਰ ਖਹਿਰਾ ਅਨੁਸਾਰ ਲੋਕ ਸਮੂਹ ਦੀ ਮਨੋਸਥਿਤੀ ਲੋਕਧਾਰਾ ਦਾ ਆਧਾਰ ਹੈ। ਇਹ ਲੋਕਾਂ ਦੇ ਜੀਵਨ ਜੁਗਤ ਅਤੇ ਜੀਵਨ ਸਥਿਤੀ ਉੱਤੇ ਨਿਰਭਰ ਕਰਦੀ ਹੈ। ਜੀਵਨ ਜੁਗਤ ਅਤੇ ਸਥਿਤੀ ਅੱਗੇ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਲੋਕਾਂ ਦਾ ਜੂਨ ਗੁਜ਼ਾਰਾ ਕਰਨ ਦਾ ਸਾਧਨ ਕੀ ਹੈ, ਇਸ ਮੰਤਵ ਲਈ ਉਹ ਕੀ ਅਤੇ ਕਿਵੇਂ ਪੈਦਾਵਾਰ ਕਰਦੇ ਹਨ, ਇਸ ਪੈਦਾਵਾਰ ਦੀ ਪ੍ਰਕਿਰਿਆ ਵਿੱਚ ਉਹ ਕਿਸ ਕਿਸਮ ਦੇ ਸੰਬੰਧਾਂ ਵਿੱਚ ਵੱਜਦੇ ਹਨ। ਪੈਦਾਵਾਰ ਦੇ ਸਰੂਪ ਤੇ ਪ੍ਰਕਿਰਿਆ ਦੇ ਬਦਲਣ ਨਾਲ ਲੋਕਾਂ ਦੀ ਮਨੋਸਥਿਤੀ ਵੀ ਬਦਲ ਜਾਂਦੀ ਹੈ। ਡਾਕਟਰ ਖਹਿਰਾ ਮੁਤਾਬਕ ਪਰੰਪਰਾ ਲੋਕਧਾਰਾ ਦਾ ਅਜਿਹਾ ਲੱਛਣ ਹੈ ਜਿਸ ਬਿਨਾਂ ਲੋਕਧਾਰਾ ਹੋਂਦ ਵਿੱਚ ਆ ਹੀ ਨਹੀਂ ਸਕਦੀ। ਲੋਕਧਾਰਾ ਵਿੱਚ ਉਹੀ ਕੁਝ ਸਮਾ ਸਕਦਾ ਹੈ ਜੋ ਲੋਕਧਾਰਾ ਦੀ ਪਰੰਪਰਾ ਦਾ ਭਾਗ ਬਣ ਸਕਦਾ ਹੋਵੇ। ਪਰੰਪਰਾ ਦੇ ਰੂਪ ਵਿੱਚ ਲੋਕਧਾਰਾ ਆਪਣੇ ਸਮੁੱਚੇ ਪਸਾਰ ਵਿੱਚ ਕੁਝ ਅੰਸ਼ਾਂ ਦਾ ਤਿਆਗ ਕਰਦੀ ਹੈ, ਕੁਝ ਨਵੇਂ ਅੰਸ਼ਾਂ ਨੂੰ ਆਪਣਾ ਭਾਗ ਬਣਾਉਂਦੀ ਹੈ, ਨਿਰੰਤਰ ਅੱਗੇ ਚੱਲਦੀ ਰਹਿੰਦੀ ਹੈ। ਲੇਖਕ ਅਨੁਸਾਰ ਲੋਕਧਾਰਾ
ਲੋਕ ਸਮੂਹ ਦੀ ਹੁਨਰਬੰਦ ਯੋਗਤਾ ਦਾ ਸਹੀ ਪ੍ਰਤੀਬਿੰਬ ਹੁੰਦੀ ਹੈ। ਲੋਕ ਸਮੂਹ ਦੀਆਂ ਗਿਆਨ ਇੰਦਰੀਆਂ ਨੂੰ ਸੁਹਜਪੂਰਨ ਢੰਗ ਨਾਲ ਟੁੰਬਣ ਲਈ ਲੋਕਧਾਰਾ ਵਿੱਚ ਪ੍ਰਵੀਨਤਾ ਦਾ ਲੱਛਣ ਹੁੰਦਾ ਹੈ। ਲੋਕਧਾਰਾ ਦੇ ਅੰਸ਼ ਲੋਕਧਾਰਕ ਪ੍ਰਤਿਭਾ ਦੀ ਉਪਜ ਹੁੰਦੇ ਹਨ। ਲੋਕਧਾਰਾ ਦੀ ਸਿਰਜਣਾ ਕਿਸੇ ਇਕੱਠ ਵਿੱਚ ਬੈਠ ਕੇ ਨਹੀਂ ਹੁੰਦੀ। ਕੋਈ ਪ੍ਰਤਿਭਾਸ਼ੀਲ ਵਿਅਕਤੀ ਪਰੰਪਰਾ ਤੋਂ ਪੂਰੀ ਤਰ੍ਹਾਂ ਵਾਕਫ ਹੋ ਕੇ ਉਸ ਨੂੰ ਆਪਣੇ ਅੰਦਰ ਰਚਾਉਂਦਾ ਹੈ ਤਾਂ ਉਸ ਦੀ ਸਿਰਜਣਾ ਸਹਿਜੇ ਹੀ ਲੋਕਧਾਰਾਈ ਪਰੰਪਰਾ ਦਾ ਅੰਗ ਬਣ ਜਾਂਦੀ ਹੈ। ਲੋਕਧਾਰਾ ਪ੍ਰਤਿਭਾ ਵਾਲੇ ਵਿਅਕਤੀ ਦਾ ਸਰੀਰ ਆਪਣਾ ਪਰਮਾਣ ਲੋਕਾਂ ਦਾ ਹੁੰਦਾ ਹੈ। ਮਨ ਉਹਦਾ ਆਪਣਾ ਹੁੰਦਾ ਤੇ ਸਰੀਰ ਉਹਦਾ ਆਪਣਾ ਹੁੰਦਾ ਤੇ ਪਰ ਜਿਹੜਾ ਮਨ ਉਹ ਲੋਕਾਂ ਦਾ ਹੁੰਦਾ। ਇਸ ਪ੍ਰਤਿਭਾ ਅਨੁਸਾਰ ਕੀਤੀ ਗਈ ਕੋਈ ਸਿਰਜਣਾ ਉਦੋਂ ਹੀ ਲੋਕਧਾਰਾ ਦਾ ਅੰਗ ਬਣਦੀ ਹੈ ਜਦੋਂ ਇਸ ਨੂੰ ਲੋਕ ਪ੍ਰਵਾਨਗੀ ਹਾਸਲ ਹੋ ਜਾਂਦੀ ਹੈ। ਲੋਕ ਉਸ ਸਿਰਜਣਾ ਨੂੰ ਵਿਵਹਾਰਕ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੰਦੇ ਹਨ। ਉਸ ਨੂੰ ਸਹਿਜੇ ਹੀ ਲੋਕ ਪ੍ਰਵਾਨਗੀ ਮਿਲ ਜਾਂਦੀ ਹੈ। ਡਾਕਟਰ ਖਹਿਰਾ ਨੇ ਪ੍ਰਬੰਧਕਤਾ ਨੂੰ ਲੋਕਧਾਰਾ ਦਾ ਇੱਕ ਹੋਰ ਲੱਛਣ ਮੰਨਿਆ ਹੈ। ਲੋਕਧਾਰਾ ਦਾ ਆਪਣਾ ਨਿਵੇਕਲਾ ਪ੍ਰਬੰਧ ਹੁੰਦਾ ਹੈ ਜੋ ਇਸ ਨੂੰ ਕਾਰਗਰ ਸੰਚਾਰ ਮਾਧਿਅਮ ਬਣਾਉਂਦਾ ਹੈ। ਇੰਜ ਲੋਕਧਾਰਾ ਬੇਤਰਤੀਬੀ ਨਹੀਂ ਹੁੰਦੀ, ਸਗੋਂ ਭਾਸ਼ਾ ਵਾਂਗ ਵਿਉਂਤਬੱਧ ਹੁੰਦੀ ਹੈ। ਇਵੇਂ ਹੀ ਲੋਕਧਾਰਾ ਦੇ ਰੂਪ ਕੱਚ ਘੜ ਸਮੱਗਰੀ ਦੇ ਬਣੇ ਹੋਏ ਨਹੀਂ ਹੁੰਦੇ, ਸਗੋਂ ਸਮੂਹ ਦੀ ਵਰਤੋਂ ਦੁਆਰਾ ਹੰਢੇ ਵਰਤੇ ਅਨੁਭਵਾਂ ਦੇ ਤਰਜਮੇ ਨੂੰ ਆਪਣੇ ਵਿੱਚ ਸਮਾਉਣ ਕਰਕੇ ਪਰਿਪੱਕ ਹੁੰਦੇ ਹਨ। ਪਰਿਪੱਕਤਾ ਦਾ ਗੁਣ ਪ੍ਰਾਪਤ ਕਰਕੇ ਹੀ ਇਹ ਰੂਪ ਪਰੰਪਰਾ ਦਾ ਭਾਗ ਬਣਦੇ ਹਨ। ਡਾਕਟਰ ਖਹਿਰਾ ਅਨੁਸਾਰ ਲੋਕਧਾਰਾਈ ਸਿਰਜਣਾ ਵਿੱਚ ਪੂਰਨਤਾ ਦਾ ਲੱਛਣ ਹੁੰਦਾ ਹੈ, ਜਿਸ ਤੋਂ ਭਾਵ ਇਹ ਹੈ ਕਿ ਹਰ ਲੋਕਧਾਰਾ ਆਪਣੇ ਸਮੂਹ ਦੀਆਂ ਲੋੜਾਂ ਦੇ ਅਨੁਰੂਪ ਸੰਪੂਰਨ ਆਕਾਰ ਗ੍ਰਹਿਣ ਕਰਦੀ ਹੈ। ਇਸ ਲਈ ਕਿਸੇ ਅੰਸ਼ ਦਾ ਜਾਂ ਸਿਰਜਣਾ ਦਾ ਅਭਾਵ ਨਹੀਂ ਹੁੰਦਾ। ਅਖੀਰ ਵਿੱਚ ਡਾਕਟਰ ਖਹਿਰਾ ਦੱਸਦੇ ਹਨ ਕਿ ਲੋਕਧਾਰਾ ਵਿੱਚ ਨਿਰੰਤਰ ਪਰ ਸਹਿਜ ਪਰਿਵਰਤਨ ਵਾਪਰਦਾ ਰਹਿੰਦਾ ਹੈ। ਸਮੇਂ ਸਥਾਨ ਦੇ ਪ੍ਰਸੰਗ ਵਿੱਚ ਪਰਿਸਥਿਤੀ ਦੇ ਬਦਲਣ ਨਾਲ ਲੋਕਧਾਰਾ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ। ਇਹ ਪਰਿਵਰਤਨ ਇੰਨੇ ਸਹਿਜ ਹੁੰਦੇ ਹਨ ਕਿ ਲੋਕਧਾਰਾਈ ਨਿਰੰਤਰਤਾ ਕਦੇ ਭੰਗ ਨਹੀਂ ਹੁੰਦੀ। ਲੋਕਧਾਰਾ ਨਵੇਂ ਰੂਪਾਂ ਅਤੇ ਅੰਸ਼ਾਂ ਨੂੰ ਧਾਰਨ ਕਰਕੇ ਅੱਗੇ ਤੁਰਦੀ ਅਤੇ ਹਮੇਸ਼ਾ ਅਮਰ ਰਹਿੰਦੀ ਹੈ। ਸੋ ਵਿਦਿਆਰਥੀਓ, ਅੱਜ ਦਾ ਜਿਹੜਾ ਇਹ ਹੈਗਾ ਆਪਣਾ ਨਿਬੰਧ ਖਤਮ ਹੁੰਦਾ ਹੈ। ਤੁਸੀਂ ਇਸ ਨਿਬੰਧ ਦੀ ਡੈਫੀਨੇਸ਼ਨ ਨੂੰ ਧਿਆਨ ਨਾਲ ਕਰੋਗੇ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਇਹਦੇ ਚੋਂ ਪੁੱਛਿਆ ਜਾ ਸਕਦਾ ਹੈ। ਲੋਕਧਾਰਾ ਦੇ ਪ੍ਰਮੁੱਖ ਲੱਛਣ ਕਿਹੜੇ ਕਿਹੜੇ ਹੈ, ਉਹਨਾਂ ਦੇ ਵਿੱਚੋਂ ਕਿਸੇ ਇੱਕ ਲੱਛਣ ਬਾਰੇ ਵੀ ਛੋਟੇ ਪ੍ਰਸ਼ਨ ਦੇ ਲਈ ਉੱਤਰ ਮੰਗਿਆ ਜਾ ਸਕਦਾ ਹੈ। ਤੇ ਇਹਦੇ ਸਮੁੱਚੇ ਪਾਠ ਨੂੰ ਜਾਂ ਵਿਸ਼ੇ ਵਸਤੂ ਨੂੰ ਜਾਂ ਸਾਰ ਨੂੰ ਵੀ ਪੁੱਛਿਆ ਜਾ ਸਕਦਾ ਹੈ। ਵੱਡੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਅਜਿਹਾ ਪ੍ਰਸ਼ਨ ਆਵੇਗਾ। ਸੋ ਤੁਸੀਂ ਇਸ ਨਿਬੰਧ ਨੂੰ ਧਿਆਨ ਨਾਲ ਸੁਣੋ, ਇਹਦਾ ਅਧਿਐਨ ਕਰੋ ਤੇ ਇਹਦੇ ਬਾਰੇ ਜਿਹੜੀ ਤੁਹਾਡੀ ਰਾਏ ਬਣਦੀ ਹੈ ਉਹਨੂੰ ਨੋਟ ਕਰੋ। ਅੱਜ ਦਾ ਲੈਕਚਰ ਆਪਣਾ ਇੱਥੇ ਖਤਮ ਹੈ। ਤੁਹਾਡਾ 1 ਜਾਂ 2 ਲੈਕਚਰ ਹੋਰ ਰਹਿ ਗਏ ਆ, ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ। ਤੁਹਾਡਾ ਸਿਲੇਬਸ ਲਗਭਗ ਖਤਮ ਹੀ ਹੈ।